ਵਨਵੇ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ। ਜਾਤ ਆਧਾਰਿਤ ਮਰਦਮਸ਼ੁਮਾਰੀ ਦਾ ਵਿਰੋਧ ਕਿਹੜੇ ਸੱਚ ਨੂੰ ਲੁਕਾਉਣ ਲਈ ਕੀਤਾ ਜਾ ਰਿਹਾ? ਕਿਉਂ ਨਹੀਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ? ਆਖਰ ਕਿਉਂ ਇੰਨਾ ਲੰਬਾ ਅਰਸਾ ਹੋ ਗਿਆ ਆ ਕਿ ਇਸ ਗੱਲ ਨੂੰ ਹਮੇਸ਼ਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ? ਆਓ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਆਖਰ ਕਿਉਂ ਲੋੜ ਹੈ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ, ਜਿਸ ਦੀ ਮੰਗ ਕਰਨਾਟਕ ਚੋਣਾਂ ਦੇ ਕਰਕੇ ਹੁਣ ਕਾਂਗਰਸ ਸਰਕਾਰ ਨੇ ਵੀ ਚੁੱਕੀ ਹੈ। ਜਾਤ ਆਧਾਰਿਤ ਮਰਦਮਸ਼ੁਮਾਰੀ ਨੂੰ ਕਿਉਂ ਨਹੀਂ ਕਰਵਾਇਆ ਜਾ ਰਿਹਾ? ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਤੇ ਕਿਹੜੇ ਸੱਚ ਨੂੰ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ? ਇਹੀ ਸਥਿਤੀ ਬਣੀ ਹੋਈ ਹੈ ਅੱਜ ਕੱਲ੍ਹ। ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਕਰਨਾਟਕ ਦੇ ਚੋਣ ਪ੍ਰਚਾਰ ਦੇ ਵਿੱਚ ਕਾਂਗਰਸ ਵੱਲੋਂ ਚੁੱਕੀ ਜਾ ਰਹੀ ਹੈ। ਹੁਣ ਕਰਨਾਟਕ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ। ਭਗਵੰਤ ਮਾਨ ਕੇਜਰੀਵਾਲ ਹੋਣੀ ਦੀ ਜਿਹੜੀ ਆਪ ਪਾਰਟੀ ਉਹ ਵੀ ਉੱਥੇ ਜਾ ਕੇ ਪ੍ਰਚਾਰ ਕਰਕੇ ਆਏ ਆ, ਤਾਂ ਦੂਸਰੇ ਪਾਸੇ ਕਾਂਗਰਸ ਵੀ ਆਪਣੇ ਤੌਰ ਤੇ ਪ੍ਰਚਾਰ ਕਰ ਰਹੀ ਆ। ਬਾਕੀ ਪਾਰਟੀਆਂ ਵੀ ਆਪੋ ਆਪਣਾ ਪ੍ਰਚਾਰ ਕਰਨਾਟਕ ਦੇ ਵਿੱਚ ਜਾ ਕੇ ਕਰਦੀਆਂ ਪਈਆਂ ਨੇ। ਤੇ ਹੁਣ ਇਸ ਦੇ ਖਿਲਾਫ ਭਾਜਪਾ ਸਰਕਾਰ ਦਾ ਸਖਤ ਰਵੱਈਆ ਜੋ ਆ, ਕਿਉਂਕਿ ਮਰਦਮਸ਼ੁਮਾਰੀ ਕਰਵਾ ਨਹੀਂ ਰਹੀ ਭਾਜਪਾ ਸਰਕਾਰ, ਉਹ ਜਿਗਿਆਸਾ ਵਧਾਉਂਦਾ ਆ। ਬਿਹਾਰ ਵਿੱਚ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ। ਕਾਂਗਰਸ ਤੇ ਨਿਤੀਸ਼ ਕੁਮਾਰ ਵਰਗੇ ਇਹਨਾਂ ਦੇ ਹੱਕ ਵਿੱਚ ਨਿੱਤਰੇ ਹੋਏ ਹੋਰ ਮਾਹਰਾਂ ਦਾ ਕਹਿਣਾ ਆ ਕਿ ਇਸ ਮਰਦਮਸ਼ੁਮਾਰੀ ਦੀ ਸਖਤ ਲੋੜ ਹੈ ਤਾਂ ਜੋ ਪਤਾ ਚੱਲ ਜਾਵੇ ਕਿ ਰਾਖਵੇਂ ਕਰਨ ਦੇ ਨਾਲ ਉਹਨਾਂ ਜਾਤਾਂ ਨੂੰ ਕੋਈ ਫਾਇਦਾ ਹੋਊਗਾ ਕਿ ਨਹੀਂ। ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਜੋ ਨੇ ਨਾ ਦੋਸਤੋ, ਉਹ ਮੰਨਦੀਆਂ ਇਹ ਹੈ ਕਿ ਜਾਤ ਪਾਤ ਦੀ ਰੀਤ ਖਤਮ ਹੋਣੀ ਚਾਹੀਦੀ ਹੈ ਤੇ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਬਰਾਬਰੀ ਵਾਸਤੇ ਜ਼ਰੂਰੀ ਹੈ। 2013 ਦੇ ਵਿੱਚ ਸਾਰੀਆਂ ਪਾਰਟੀਆਂ ਸਮੇਤ ਕਾਂਗਰਸ ਤੇ ਭਾਜਪਾ ਨੇ ਇਸ ਬਾਰੇ ਸੰਸਦ ਵਿੱਚ ਸਹਿਮਤੀ ਵਿਖਾਈ ਤੇ ਮਰਦਮਸ਼ੁਮਾਰੀ ਸ਼ੁਰੂ ਕਰ ਦਿੱਤੀ ਗਈ। ਸਰਕਾਰ ਬਦਲ ਗਈ ਪਰ ਉਹੀ ਭਾਜਪਾ ਜੋ ਕਿ ਇਸ ਦੇ ਹੱਕ ਵਿੱਚ ਸੀ, ਅੱਜ ਤੱਕ ਉਸ ਦੀ ਸਰਕਾਰ ਨੇ ਉਸ ਮਰਦਮਸ਼ੁਮਾਰੀ ਦੇ ਨਤੀਜੇ ਜਨਤਕ ਨਹੀਂ ਕੀਤੇ। ਮਰਦਮਸ਼ੁਮਾਰੀ ਕਿਸੇ ਵਿਸ਼ੇਸ਼ ਆਬਾਦੀ ਦੇ ਜੀਆਂ ਬਾਬਤ ਸੂਚਨਾ ਨੂੰ ਇਕੱਠਿਆਂ ਕਰਕੇ ਪੱਕੇ ਰੂਪ ਵਿੱਚ ਦਰਜ ਕਰਨ ਦੀ ਵਿਵਸਥਿਤ ਕਾਰਜ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਜਰਾ ਇਸ ਦੇ ਉੱਤੇ ਆਪਾਂ ਗੌਰ ਕਰ ਲਈਏ। ਇਹ ਕਿਸੇ ਆਬਾਦੀ ਦੀ ਨੇਮਪੂਰਵਕ ਵਾਪਰਦੀ ਅਧਿਕਾਰਕ ਗਿਣਤੀ ਹੁੰਦੀ ਹੈ। ਇਹ ਸ਼ਬਦ ਦੀ ਆਮ ਵਰਤੋਂ ਰਾਸ਼ਟਰੀ ਆਬਾਦੀ ਅਤੇ ਮਕਾਨਾਂ ਦੇ ਸਬੰਧ ਵਿੱਚ ਹੁੰਦੀ ਹੈ। ਹੋਰ ਆਮ ਮਰਦਮਸ਼ੁਮਾਰੀਆਂ ਵਿੱਚ ਖੇਤੀਬਾੜੀ, ਵਪਾਰ ਅਤੇ ਆਵਾਜਾਈ ਸ਼ਾਮਲ ਹੈ। ਮਰਦਮਸ਼ੁਮਾਰੀ ਤੋਂ ਭਾਵ ਦੇਸ਼ ਦੇ ਜਨ ਸਮੂਹ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਤਾਂ ਜੋ ਲੋਕਾਂ ਦੀ ਭਲਾਈ ਲਈ ਸਾਲਾਨਾ 5 ਸਾਲਾ ਅਤੇ ਹੋਰ ਯੋਜਨਾਵਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਣ। ਇਸ ਕਰਕੇ ਮਰਦਮਸ਼ੁਮਾਰੀ ਕਰਵਾਈ ਜਾਂਦੀ ਸੀ ਕਿਉਂਕਿ ਪਤਾ ਲੱਗੇ ਕਿਹਨੂੰ ਕੀ ਲੋੜ ਆ, ਕਿਹਨੂੰ ਕੀ ਥੋੜ ਆ, ਕਿਹਨੂੰ ਕੀ ਚਾਹੀਦਾ, ਕਿੱਥੇ ਕੀ ਹੋਣਾ ਚਾਹੀਦਾ, ਕਿੰਨੇ ਗਰੀਬ ਹੈ, ਕਿੰਨੇ ਅਮੀਰ ਹੈ, ਕਿੰਨੇ ਗਰੀਬੀ ਰੇਖਾ ਤੋਂ ਹੇਠਾਂ ਜਿਉ ਰਿਹਾ, ਕਿੰਨੇ ਮੱਧ ਵਰਗ 'ਚ ਆ, ਕਿੰਨੇ ਉੱਚ ਵਰਗ 'ਚ ਆ, ਕਿੰਨੇ ਅਮੀਰ ਆ, ਕਿੰਨਿਆਂ ਕੋਲ ਸਹੂਲਤਾਂ ਹੈਗੀਆਂ, ਕਿੰਨਿਆਂ ਕੋਲ ਸਹੂਲਤਾਂ ਨਹੀਂ ਹੈਗੀਆਂ। ਇਹ ਸਾਰਾ ਕੁਛ ਹੀ ਆ ਜਾਂਦਾ ਹੈ ਮਰਦਮਸ਼ੁਮਾਰੀ ਦੇ ਵਿੱਚ, ਇਹ ਪਤਾ ਲੱਗ ਜਾਂਦਾ ਹੈ। ਤਾਂ ਮਰਦਮਸ਼ੁਮਾਰੀ ਦੁਆਰਾ ਪਤਾ ਲਗਾਇਆ ਜਾਂਦਾ ਹੈ ਇਹ ਕਿ ਸਰਕਾਰ ਨੂੰ ਮਨੁੱਖਾਂ ਦੇ ਕਿਹੜੇ ਵਰਗ ਦੀ ਭਲਾਈ ਲਈ ਕਿਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ। ਇਹ ਦੇਸ਼ ਭਰ ਵਿੱਚ ਇਕੱਠੇ ਕੀਤੇ ਜਾਂਦੇ ਅੰਕੜਿਆਂ ਦਾ ਮੁੱਖ ਆਧਾਰ ਹੈ। ਮਰਦਮਸ਼ੁਮਾਰੀ ਦਾ ਮੁੱਖ ਮੰਤਵ ਦੇਸ਼ ਵਾਸੀਆਂ ਦੇ ਰਹਿਣ ਸਹਿਣ, ਧਰਮ, ਜਾਤੀ, ਅਪਾਹਿਜਤਾ, ਮਾਂ ਬੋਲੀ, ਸਾਖਰਤਾ, ਕੰਮਕਾਜ, ਪ੍ਰਵਾਸ, ਜਨਮ ਮਿਤੀ, ਜਨਮ ਸਥਾਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੁੰਦਾ ਤਾਂ ਜੋ ਭਾਰਤ ਦੀ ਕੁੱਲ ਆਬਾਦੀ ਦੇ ਨਿਸ਼ਚਿਤ ਵੇਰਵੇ ਪ੍ਰਾਪਤ ਹੋਣ ਅਤੇ ਇਸ ਨੂੰ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਬਣਾਇਆ ਜਾ ਸਕੇ। ਥੋੜ੍ਹਾ ਪਿਛੋਕੜ ਦੀ ਹੋਰ ਮੈਂ ਗੱਲ ਕਰਨੀ ਚਾਹੂੰਗਾ ਕਿ ਭਾਰਤ ਵਿੱਚ ਮਰਦਮਸ਼ੁਮਾਰੀ ਪਹਿਲੀ ਵਾਰੀ ਬਰਤਾਨਵੀ ਸ਼ਾਸਨ ਅਧੀਨ ਸਨ 1872 ਦੇ ਵਿੱਚ ਕੀਤੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਖਤਮ ਹੋਇਆ। ਉਸ ਤੋਂ ਬਾਅਦ ਪੂਰੇ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ, ਪੰਜਾਬ ਦੇ ਉੱਤੇ ਵੀ ਅੰਗਰੇਜ਼ਾਂ ਦਾ ਰਾਜ ਹੋ ਗਿਆ। ਤਾਂ ਫਿਰ ਅੰਗਰੇਜ਼ਾਂ ਨੇ ਇਹ ਦੇਖਣ ਲਈ ਵੀ ਇਸ ਦੇਸ਼ ਦੇ ਲੋਕਾਂ ਦੀ ਗਿਣਤੀ ਕਿੰਨੀ ਆ, ਤੇ 1872 ਦੇ ਵਿੱਚ ਪਹਿਲੀ ਜਿਹੜੀ ਸੀਗੀ ਉਹ ਮਰਦਮਸ਼ੁਮਾਰੀ ਕੀਤੀ ਗਈ ਹੈ, ਜਨਗਣਨਾ ਕੀਤੀ ਗਈ ਹੈ। ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਕੌਮੀ ਅਹਿਮੀਅਤ ਵਾਲੇ ਕੰਮ 'ਤੇ ਲਗਾਇਆ। ਇਸ ਕੰਮ ਲਈ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀ ਸਿਖਲਾਈ ਦੇ ਕੇ
ਘਰੋਂ ਘਰੀ ਤੋਰਿਆ ਜਾਂਦਾ ਆ ਤਾਂ ਜੋ ਉਹ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣ। ਮਰਦਮਸ਼ੁਮਾਰੀ ਕਰਾ ਰਹੇ ਸਰਕਾਰੀ ਅਦਾਰਿਆਂ ਵੱਲੋਂ ਹਰ ਗਿਣਤੀਕਾਰ ਅਤੇ ਸੁਪਰਵਾਈਜ਼ਰ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਂਦੇ ਨੇ। ਭਾਰਤ ਸਰਕਾਰ ਦੇ ਮਰਦਮਸ਼ੁਮਾਰੀ ਅਧਿਨਿਯਮ 1948 ਤਹਿਤ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਕਈ ਅਧਿਕਾਰ ਹਨ। ਇਹ ਮਰਦਮਸ਼ੁਮਾਰੀ ਲਈ ਕਿਸੇ ਵੀ ਘਰ ਆਦਿ ਵਿੱਚ ਦਾਖਲ ਹੋ ਸਕਦੇ ਨੇ। ਇਹਨਾਂ ਨੂੰ ਮਕਾਨਾਂ ਦੇ ਨੰਬਰ ਲਗਾਉਣ ਜਾਂ ਲਿਖਣ ਅਤੇ ਪਰਿਵਾਰਕ ਅਨੁਸੂਚੀ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਦੇ ਅਧਿਕਾਰ ਨੇ, ਉਹ ਖੁੱਲ੍ਹ ਕੇ ਪੁੱਛ ਸਕਦੇ ਹੈਗੇ ਆ। ਔਰ ਤੁਹਾਨੂੰ ਵੀ ਦੱਸਣਾ ਪਊਗਾ ਜੋ ਮਰਦਮਸ਼ੁਮਾਰੀ ਵਾਲੇ ਆਉਂਦੇ ਆ, ਤੇ ਤੁਹਾਨੂੰ ਵੀ ਕੋਈ ਵੀ ਗੱਲ ਜਿਹੜੀ ਆ ਬਿਨਾਂ ਲੁੱਕ ਲੁਕੋ ਦੇ ਕਲੀਅਰ ਕਰ ਦੇਣੀ ਚਾਹੀਦੀ ਆ। ਕਿੰਨੇ ਜੀ ਆ, ਕਿੰਨੀ ਆਮਦਨ ਹੈ, ਕਿੱਥੋਂ ਆ ਰਹੀ ਹੈ, ਕਿਵੇਂ ਆ ਰਹੀ ਆ, ਤੇ ਕਿਵੇਂ ਗੁਜ਼ਾਰਾ ਹੁੰਦਾ ਆ, ਜਾਤ ਰੰਗ ਜੋ ਕੁਛ ਵੀ ਹੈਗਾ, ਖਿੱਤਾ ਇਲਾਕਾ, ਸਾਰੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਤਾਂ ਜਾਤ ਆਧਾਰਿਤ ਮਰਦਮਸ਼ੁਮਾਰੀ ਇਸ ਕਰਕੇ ਜ਼ਰੂਰੀ ਹੈ ਕਿ ਦੇਸ਼ ਆਪਣੀਆਂ ਨੀਤੀਆਂ ਕਾਰਨ ਸਮਾਜ ਉੱਤੇ ਪਏ ਅਸਰ ਨੂੰ ਸਮਝ ਸਕੇ। ਤੇ ਅੱਜ ਸਾਡੇ ਦੇਸ਼ ਵਿੱਚ ਇੱਕ ਕਬਾਇਲੀ ਜਾਤ ਦੀ ਰਾਸ਼ਟਰਪਤੀ ਹੋਣ ਦੇ ਬਾਵਜੂਦ ਜੇ ਮਰਦਮਸ਼ੁਮਾਰੀ ਇਹ ਦਰਸਾਉਂਦੀ ਹੈ ਕਿ ਅੱਜ ਵੀ ਕਬਾਇਲੀ ਜਾਤ ਦੇ ਲੋਕ ਆਰਥਿਕ ਪੱਖੋਂ ਕਮਜ਼ੋਰ ਨੇ, ਤਾਂ ਇਹ ਸਾਡੀਆਂ ਨੀਤੀਆਂ ਵਿੱਚ ਖਰਾਬੀ ਦਾ ਸਬੂਤ ਹੈ। ਸੁਪਰੀਮ ਕੋਰਟ ਨੇ ਜਾਤ ਪਾਤ ਉੱਪਰ ਬੜੀ ਭਾਵਪੂਰਤ ਟਿੱਪਣੀ ਕੀਤੀ ਸੀ ਕਿ ਭਾਵੇਂ ਕੋਈ ਧਰਮ ਪਰਿਵਰਤਨ ਵੀ ਕਰ ਲਵੇ, ਉਸ ਉੱਤੇ ਸਮਾਜਿਕ ਰੀਤੀ ਰਿਵਾਜ ਦਾ ਅਸਰ ਖਤਮ ਨਹੀਂ ਹੁੰਦਾ। ਸੋਚੋ, ਭਾਵੇਂ ਈਸਾਈ ਅਤੇ ਸਿੱਖ ਧਰਮ ਵਿੱਚ ਜਾਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਪਰ ਫਿਰ ਵੀ ਉਹਨਾਂ ਧਰਮਾਂ ਵਿੱਚ ਹੀ ਜਾਤ ਪਾਤ ਤੋਂ ਪਿੱਛਾ ਛਡਾਉਂਦੇ ਲੋਕ ਸਿੱਖ ਜਾਂ ਈਸਾਈ ਬਣਨ ਤੋਂ ਬਾਅਦ ਵੀ ਸਮਾਜ ਦੇ ਵਿੱਚ ਬਰਾਬਰੀ ਦਾ ਦਰਜਾ ਨਾ ਲੈ ਸਕਣ ਤਾਂ ਕਿੰਨਾ ਦੁੱਖ ਹੁੰਦਾ ਹੈ। ਵੈਸੇ ਹੁੰਦਾ ਹੋਇਆ ਐਵੇਂ ਹੀ ਹੈ, ਜਿਹੜੇ ਬਹੁਤ ਜ਼ਿਆਦਾ ਗਰੀਬ, ਜਿਨ੍ਹਾਂ ਨੂੰ ਅਸੀਂ ਵਿਹੜਿਆਂ ਵਾਲੇ ਕਹਿ ਦਿੰਦੇ ਆ, ਜਿਨ੍ਹਾਂ ਦੇ ਨਾਂ ਨਾਲ ਇਸ ਮੁਲਕ ਦੇ ਵਿੱਚ ਦਲਿਤ ਸ਼ਬਦ ਲਾਇਆ ਜਾਂਦਾ ਆ, ਉਹ ਲੋਕ ਜਿਨ੍ਹਾਂ ਨੇ ਈਸਾਈ ਧਰਮ ਅਪਣਾਇਆ, ਪਰ ਜਿਹੜੇ ਅਖੌਤੀ ਆਪਦੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਕਹਾਉਂਦੇ ਆ, ਜਦੋਂ ਮੂੰਹ ਭਰ ਕੇ ਬੋਲਦੇ ਆ ਤੇ ਉਹ ਉਹਨਾਂ ਦੀ ਉਹ ਪੁਰਾਣੀ ਜਾਤ ਲੈ ਕੇ ਹੀ ਬੁਲਾਉਂਦੇ ਆ, ਉਹਨਾਂ ਨੂੰ ਕਦੇ ਵੀ ਨਹੀਂ ਮੰਨਦੇਗੇ ਕਿ ਉਹ ਈਸਾਈ ਬਣ ਚੁੱਕਿਆ। ਇਸੇ ਤਰ੍ਹਾਂ ਜੇ ਉਹ ਅੰਮ੍ਰਿਤਧਾਰੀ ਗੁਰਸਿੱਖ ਵੀ ਸੱਜ ਜਾਂਦਾ ਆ ਤੇ ਉਹਨਾਂ ਨੂੰ ਫਿਰ ਵੀ ਚੌਥੇ ਪੌੜੇ ਵਾਲੇ ਹੀ ਕਿਹਾ ਜਾਂਦਾ, ਉਹਨਾਂ ਨੂੰ ਫਿਰ ਵੀ ਵੱਖਰਾ ਹੀ ਲਿਖਿਆ ਜਾਂਦਾ। ਇਸ ਕਰਕੇ ਅਸੀਂ ਇਹ ਵੀ ਦੇਖਿਆ ਹੋਇਆ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਾਤ ਆਧਾਰਿਤ ਜਿਹੜੇ ਧਾਰਮਿਕ ਸਥਾਨ ਬਣ ਚੁੱਕੇ ਆ ਵੀ ਆਹ ਵਾਲਮੀਕੀਆਂ ਦਾ ਆ ਜੀ, ਆਹ ਰਮਦਾਸੀਆਂ ਦਾ ਜੀ, ਆਹ ਰਵੀਦਾਸੀਆਂ ਦਾ ਜੀ, ਆਹ ਰਾਮਗੜੀਆਂ ਦਾ ਜੀ, ਆਹ ਨਾਮਦੇਵ ਵਾਲਿਆਂ ਦਾ ਜੀ। ਮਤਲਬ ਕਿਉਂ ਅਲੱਗ-ਅਲੱਗ ਬਣਾਏ ਗਏ ਵੀ ਤੇ ਛਿੰਬਿਆਂ ਦਾ ਹੋਊਗਾ ਜੀ, ਨਾਮਦੇਵ ਵਾਲਿਆਂ ਦਾ ਹੈਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਨਾ, ਉਹ ਕਿਤੇ ਸਾਨੂੰ ਨਿਘਾਰ ਵੱਲ ਨਹੀਂ ਲੈ ਕੇ ਜਾ ਰਹੀਆਂ। ਸਿੱਖੀ ਵਿੱਚ ਆ ਕੇ ਵੀ ਜਾਤ ਉਹੀ ਹੈ, ਈਸਾਈਆਂ ਦੇ ਵਿੱਚ ਜਾ ਕੇ ਵੀ ਜਾਤ ਉਹੀ ਹੈ, ਤੇ ਫਿਰ ਉਹਨਾਂ ਨੂੰ ਫਾਇਦਾ ਕੀ ਹੋਇਆ? ਉਹਨਾਂ ਨੂੰ ਅੰਦਰੋਂ ਕਿੰਨੀਆਂ ਇਹ ਚੀਜ਼ਾਂ ਤੋੜਦੀਆਂ ਹੋਣਗੀਆਂ। ਰਾਖਵੇਂ ਕਰਨ ਦਾ ਮਕਸਦ ਇਹ ਸੀ ਕਿ ਜਿਨ੍ਹਾਂ ਨੂੰ ਛੋਟੀ ਜਾਤ ਜਾਂ ਨੀਵਾਂ ਮੰਨ ਕੇ ਸਿੱਖਿਆ ਤੋਂ ਵਾਂਝਿਆਂ ਕਰਕੇ ਸਮਾਜ ਵਿੱਚ ਕਮਜ਼ੋਰ ਬਣਾਇਆ ਗਿਆ ਸੀ, ਉਹਨਾਂ ਨੂੰ ਆਰਥਿਕ ਤੌਰ 'ਤੇ ਉੱਚਾ ਚੁੱਕ ਕੇ ਸਮਾਜ ਵਿੱਚ ਸਨਮਾਨਪੂਰਨ ਬਰਾਬਰੀ ਦਾ ਸਥਾਨ ਦਿਵਾਇਆ ਜਾ ਸਕੇ। ਗੱਲ ਸਾਫ਼ ਹੈ ਕਿ ਪੈਸੇ ਸਾਹਮਣੇ ਜਾਤ ਦਾ ਅਸਰ ਘੱਟ ਹੋ ਜਾਂਦਾ ਹੈ, ਪਰ ਅੱਜ ਅਸੀਂ ਆਮ ਵੇਖ ਰਹੇ ਹਾਂ ਕਿ ਧਰਮ ਪਰਿਵਰਤਨ ਦੀ ਸੋਚ ਵੱਧ ਰਹੀ ਹੈ, ਯਾਨੀ ਕਿ ਸਮਾਜ ਵਿੱਚ ਸੰਤੁਸ਼ਟੀ ਜਿਹੜੀ ਹੈ ਉਹ ਬਣ ਨਹੀਂ ਰਹੀ। ਦਲਿਤ ਬੱਚੇ ਅਜਿਹੇ ਵਿਵਹਾਰ ਦਾ ਸਾਹਮਣਾ ਕਾਲਜਾਂ ਦੇ ਵਿੱਚ ਕਰਦੇ ਹੋਏ ਇੰਨੇ ਦੁਖੀ ਹੋ ਜਾਂਦੇ ਆ ਕਿ ਉਹ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਂਦੇ ਆ। ਦਲਿਤ ਯੁਵਾ ਰੋਹਿਤ ਵੈਮੂਲਾ ਨੂੰ ਨਾ ਭੁੱਲੋ, ਜਿਸ ਨੂੰ ਖੁਦਕੁਸ਼ੀ ਕਰਨ ਲਈ ਸਾਡੇ ਸਮਾਜ ਦੀਆਂ ਰੀਤਾਂ ਤੇ ਰਵੱਈਏ ਨੇ ਮਜਬੂਰ ਕੀਤਾ ਆ। ਉਸ ਦੀ ਕਿਤਾਬ ਜਾਤ ਕੋਈ ਅਫਵਾਹ ਨਹੀਂ ਹੈ ਨੂੰ ਪੜ੍ਹ ਕੇ ਦਿਲ ਤੜਫ ਜਾਂਦਾ ਆ, ਜਦੋਂ ਪੜ੍ਹਨ ਵਾਲਾ ਇੱਕ ਕੋਮਲ ਰੂਹ ਤੇ ਸਮਝਦਾਰ ਦਿਮਾਗ ਨੂੰ ਸਮਾਜ ਦੇ ਦਬਾਅ ਸਾਹਮਣੇ ਹਾਰ ਜਾਂਦਾ ਵੇਖਦਾ ਆ। ਤੇ ਹੋਇਆ ਕੀ ਹੈ? ਹੋਇਆ ਵੀ ਇੱਦਾਂ ਹੀ ਹੈ ਕਿ ਸਾਡੇ ਇੱਥੇ ਪਿਛਲੇ ਦਿਨੀ ਇੱਕ ਕੁੜੀ ਨੂੰ ਉੱਚ ਜਾਤੀ ਦੇ ਲੋਕਾਂ ਵੱਲੋਂ ਜਿਹੜੇ ਨਰਸਿੰਗ ਦਾ ਕੋਰਸ ਕਰ ਰਹੀ ਸੀ, ਉਹ ਵੀ ਇੱਕ ਬਹੁਤ ਵੱਡੇ ਜਿਹੜੇ ਆ ਧਾਰਮਿਕ ਹਸਪਤਾਲ ਦੇ ਵਿੱਚ, ਇੰਸਟੀਚਿਊਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਾਖਲ ਸੀ, ਜਿਸ ਨੇ ਅੰਤ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਉਹਨੂੰ ਜਾਤੀ ਸੂਚਕ ਸ਼ਬਦ ਕਹੇ ਜਾਂਦੇ ਸੀ, ਟੌਰਚਰ ਕੀਤਾ ਜਾਂਦਾ ਸੀ।
ਸਾਡੇ ਸਮਾਜ ਵਿੱਚ ਹਜੇ ਤੱਕ ਵੀ ਲੋਕ ਹਟਦੇ ਨਹੀਂ ਗੇ, ਮੂੰਹ ਭਰ ਕੇ ਅਗਲੇ ਦੀ ਜਾਤ ਜਿਹੜੀ ਆ ਉਹ ਨਿੰਦਣੋਂ ਨਹੀਂ ਹਟਦੇ ਗੇ। ਤੇ ਖਾਸ ਤੌਰ ਤੇ ਸਕੂਲਾਂ ਕਾਲਜਾਂ ਦੀ ਜਿਹੜੀ ਅੱਥਰੀ ਮੰਡੀਰ ਆ, ਜਿਨ੍ਹਾਂ ਦੀਆਂ ਧੌਣਾਂ 'ਚ ਕਿੱਲੇ ਆ, ਉਹ ਅਕਸਰ ਹੀ ਦੂਜੀਆਂ ਕੌਮਾਂ ਦੇ ਮੁੰਡਿਆਂ ਕੁੜੀਆਂ ਨੂੰ ਵੇਖ ਕੇ ਟਿੱਚਰਾਂ ਕਰਦੇ ਆ, ਉਹਨਾਂ ਨੂੰ ਜਾਤ ਆਧਾਰਿਤ ਇਸ ਤਰੀਕੇ ਦੀ ਗੱਲ ਕਰਦੇ ਆ ਕਿ ਜਿਵੇਂ ਰੱਬ ਨੇ ਉਹਨਾਂ ਨੂੰ ਉੱਚੇ ਪੈਦਾ ਕੀਤਾ ਹੋਵੇ ਤੇ ਬਾਕੀ ਜਿਹੜੇ ਲੋਕ ਆ ਉਹ ਰੱਬ ਦੇ ਪੈਦਾ ਨਹੀਂ ਕੀਤੇ ਹੋਏ, ਉਹ ਰੱਬ ਨੇ ਕਿਤੇ ਸਿੱਟੇ ਹੋਣ। ਹੁਣ ਸ਼ਾਇਦ ਇਦਾਂ ਦਾ ਵਿਹਾਰ ਕੀਤਾ ਜਾਂਦਾ ਤੇ ਫਿਰ ਕਈ ਵਾਰੀ ਤੇ ਇਹ ਆ ਵੀ ਉਹਨਾਂ ਦੇ ਨਾਲ ਨਾ ਤਾਂ ਘੁੰਮਿਆ ਫਿਰਿਆ ਜਾਂਦਾ, ਨਾ ਬੈਠਿਆ ਜਾਂਦਾ ਆ। ਰੰਗ ਤਾਂ ਪਹਿਲਾਂ ਹੀ ਭੇਦ ਦਾ ਕਾਰਨ ਬਣਦਾ ਪਿਆ ਸੀ, ਕੋਈ ਗੋਰਾ ਤੇ ਕਾਲਾ, ਤੇ ਨਾਲ ਨਾਲ ਜਦੋਂ ਜਾਤ ਦਾ ਵੀ ਇਹ ਹੋ ਜਾਵੇ ਤਾਂ ਫਿਰ ਕੀ ਆਖੇ। ਜਿਹੜੀਆਂ ਵਿਚਾਰੀਆਂ ਕਿਰਤੀ ਕੌਮਾਂ ਆ, ਉਹਨਾਂ ਦੇ ਰੰਗ ਵੀ ਕਿੱਥੋਂ ਗੋਰੇ ਹੋਣ। ਚਲੋ ਸਾਰਿਆਂ ਨੂੰ ਨਹੀਂ ਕਹਿ ਸਕਦੇ, ਜ਼ਰੂਰੀ ਨਹੀਂ ਕਿ ਸਾਰੇ ਕਾਲੇ ਹੀ ਹੁੰਦੇ ਆ। ਕਿਰਤੀ ਕੌਮਾਂ ਜਾਂ ਵਿਚਾਰੇ ਜਿਹੜੇ ਅਛੂਤ ਸ਼੍ਰੇਣੀਆਂ, ਜਿਨ੍ਹਾਂ ਨੂੰ ਇਸ ਮੁਲਕ ਦੇ ਕਮੀਨੇ ਲੋਕਾਂ ਨੇ ਬਣਾਇਆ ਸੀ, ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੇ ਇਨਸਾਨੀਅਤ ਨੂੰ ਸਮਝਿਆ ਨਹੀਂ ਗਾ, ਜੇ ਉਹਨਾਂ ਲੋਕਾਂ ਦੇ ਵਿੱਚ ਰੰਗ ਦੇ ਪੱਖੋਂ ਮਿਹਨਤ ਕਰ ਕਰਕੇ ਧੁੱਪਾਂ ਵਿੱਚ ਕੜ ਕੇ ਰੰਗ ਉਹਨਾਂ ਦੇ ਪੱਕ ਗਏ ਆ, ਤੇ ਇਹ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਤਾਂ ਇਸ ਕਰਕੇ ਜਿੱਥੇ ਰੰਗ ਤੇ ਦੂਸਰੀ ਨਸਲ ਤੇ ਤੀਸਰੀ ਜਾਤ ਜਿਹੜੀ ਆ, ਇਹ ਭੇਦਭਾਵ ਇਸ ਮੁਲਕ ਵਿੱਚ ਕੀਤਾ ਜਾਂਦਾ ਆ। ਔਰ ਜਿਨ੍ਹਾਂ ਵਿਦਿਆਰਥੀਆਂ ਨਾਲ ਹੋਏ ਆ ਤੇ ਹੁੰਦੇ ਆ, ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਲੋਕ ਹੋਰ ਕਿਸੇ ਪਾਸੋਂ ਕਿਸੇ ਨੂੰ ਨਹੀਂ ਮਾਰ ਸਕਦੇ, ਜਾਂ ਫਿਰ ਕਈ ਵਾਰੀ ਗਰੀਬ ਘਰਾਂ ਦੇ ਜਿਹੜੇ ਵਿਦਿਆਰਥੀ ਪੜ੍ਹ ਲਿਖ ਕੇ ਉੱਚੀ ਜਗ੍ਹਾ 'ਤੇ ਪਹੁੰਚ ਜਾਂਦੇ ਆ, ਜਦੋਂ ਕੋਈ ਆਪਦੇ ਆਪ ਨੂੰ ਅਖੌਤੀ ਉੱਚੀ ਜਹਾਤ ਦਾ ਕਹਾਉਣ ਵਾਲਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਤੇ ਫਿਰ ਉਹਨੂੰ ਲਿਆ ਕੇ ਇੱਥੇ ਸਿੱਟਦਾ ਆ, ਇਸ ਜਗ੍ਹਾ ਲਿਆ ਕੇ ਅਗਲੇ ਨੂੰ ਮਾਰਦੇ ਆ। ਫਿਰ ਅਗਲਾ ਕੁਛ ਵੀ ਕਰਨ ਜੋਗਾ ਨਹੀਂ ਹੁੰਦਾ ਗਾ ਵੀ ਕੀ ਆਖੇ ਇਹੋ ਜਿਹੇ ਲੋਕਾਂ ਨੂੰ, ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚੋਂ ਇਹ ਗੰਦਾ ਕੀੜਾ ਨਿਕਲ ਨਹੀਂ ਰਿਹਾ, ਜਾਤ ਪਾਤ ਦਾ ਜਿਹੜਾ ਕੋੜ ਆ ਉਹ ਨਿਕਲ ਹੀ ਨਹੀਂ ਰਿਹਾ ਗਾ। ਇਸ ਕਰਕੇ ਜਾਤ ਆਧਾਰਿਤ ਮਰਦਮਸ਼ੁਮਾਰੀ ਜ਼ਰੂਰੀ ਹੈ, ਤਾਂ ਕਿ ਸਮਝ ਪੈ ਜਾਵੇ ਕਿ 75 ਸਾਲਾਂ ਦੇ ਰਾਖਵੇਂਕਰਨ ਤੇ ਕੁਝ ਮੁੱਠੀ ਭਾਰ ਅਹੁਦਿਆਂ ਉੱਤੇ ਪਿਛੜੇ ਵਰਗਾਂ ਨੂੰ ਲਗਾ ਦੇਣ ਦੇ ਬਾਵਜੂਦ ਵੀ ਪਿਛੜੀਆਂ ਜਾਤੀਆਂ ਅੱਜ ਵੀ ਕਿਉਂ ਪਿਛੜੀਆਂ ਨੇ। ਤੇ ਹਾਂ, ਇੰਨਾ ਜ਼ਰੂਰ ਹੈ ਕਿ ਸਰਕਾਰ ਤੇ ਵਿਰੋਧੀ ਧਿਰਾਂ ਇਸ ਮਰਦਮਸ਼ੁਮਾਰੀ ਰਾਹੀਂ ਵੋਟਾਂ ਇਕੱਠੀਆਂ ਕਰਨੀਆਂ ਚਾਹੁੰਦੀਆਂ ਹੋਣਗੀਆਂ, ਪਰ ਜੇ ਇਸ ਨਾਲ ਪਿਛੜੀਆਂ ਜਾਤਾਂ ਨੂੰ ਹਾਕਮਾਂ ਦੀਆਂ ਨੀਤੀਆਂ ਦੀ ਸੱਚਾਈ ਨੂੰ ਸਮਝਣ ਦਾ ਮੌਕਾ ਮਿਲਦਾ ਆ, ਤਾਂ ਫਿਰ ਜਾਤ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ ਕਰਵਾਈ ਜਾ ਰਹੀ ਹੈ। ਉਹ ਆਪਣੀ ਵੋਟ ਪਾਰਟੀਆਂ ਦੀਆਂ ਨੀਤੀਆਂ ਨੂੰ ਵੇਖ ਤੇ ਪਰਖ ਕੇ ਹੀ ਪਾਉਣ। ਜੇ ਅੱਜ ਵੀ ਗਰੀਬਾਂ ਵਿੱਚ ਪਿਛੜੀਆਂ ਜਾਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਤਾਂ ਉਸ ਨੀਤੀ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ। ਜੇ ਅੱਜ ਅਮੀਰ ਤਾਕਤਵਰ ਅਫਸਰਸ਼ਾਹੀ, ਉਦਯੋਗਪਤੀ, ਫੌਜ, ਪੁਲਿਸ ਵਿੱਚ ਪਿਛੜੀਆਂ ਜਾਤੀਆਂ ਦੀ ਸ਼ਮੂਲੀਅਤ ਉਹਨਾਂ ਦੀ ਆਬਾਦੀ ਮੁਤਾਬਕ ਨਹੀਂ ਹੈ, ਤਾਂ ਬਦਲਾਅ ਦੀ ਲੋੜ ਹੈ। ਜੇ ਨੀਤੀਆਂ ਵਿੱਚ ਖਰਾਬੀ ਨਹੀਂ, ਤਾਂ ਫਿਰ ਸੱਚ ਸਾਹਮਣੇ ਕਿਉਂ ਨਹੀਂ ਲਿਆਂਦਾ ਜਾਂਦਾ। ਜਦੋਂ ਵਾਰ-ਵਾਰ ਰਾਸ਼ਟਰਪਤੀ ਦੀ ਜਾਤ ਸੁਣਾ ਕੇ ਅਹਿਸਾਸ ਜਤਾਇਆ ਜਾ ਸਕਦਾ ਹੈ, ਤਾਂ ਫਿਰ ਜਾਤ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ। ਔਰ ਤੁਸੀਂ ਦੇਖੋ ਕਿ ਇਹ ਵੀ ਇੱਕ ਵੱਡੇ ਮਾਣ ਦੀ ਗੱਲ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੋ ਆ, ਉਹ ਕਬਾਇਲੀ ਜਾਤਾਂ ਦੇ ਵਿੱਚੋਂ ਆਈ ਹੈ, ਉਹਨੂੰ ਐਡਾ ਵੱਡਾ ਮਾਣ ਦਿੱਤਾ। ਉਹ ਵਾਕਈ ਮਾਣ ਕਰਨ ਵਾਲੀ ਗੱਲ ਹੈ। ਔਰ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਿ ਪਛੜੇ ਕਬੀਲਿਆਂ ਦੇ ਵਿੱਚੋਂ ਆ, ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਜਿਨ੍ਹਾਂ ਲੋਕਾਂ ਨੂੰ ਗੁੱਠੇ ਲਗਾਇਆ ਗਿਆ ਆ, ਤਾਂ ਉਹਨਾਂ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਉਹ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਪੁੱਛਿਆ ਹੀ ਨਹੀਂ ਗਿਆ, ਪਰ ਉਹਨਾਂ ਨੇ ਇਸ ਦੇਸ਼ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਕਈ ਵਾਰੀ ਤਾਂ ਇੱਦਾਂ ਲੱਗਦਾ ਕਿ ਜਿਹੜੇ ਵੱਡੀਆਂ ਪ੍ਰਾਪਤੀਆਂ ਕਰ ਗਏ, ਚਾਹੇ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਵੱਡੀ ਮਿਸਾਲ ਕੋਈ ਹੋ ਹੀ ਨਹੀਂ ਸਕਦੀ ਇਸ ਮੁਲਕ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਸੀਂ ਜੇ ਜ਼ਿਕਰ ਕਰ ਲਈਏ ਤਾਂ ਬਹੁਤ ਸਾਰੇ ਹੋਰ ਨਾਮ ਜੇ ਆਪਾਂ ਲੈਣ ਲੱਗੇ ਤਾਂ ਬਹੁਤ ਲੰਬੀ ਜਿਹੜੀ ਆ ਉਹ ਲਿਸਟ ਬਣ ਜੂਗੀ। ਤਾਂ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਵੱਡੀ ਮਿਸਾਲ ਵਾਕਈ ਕੋਈ ਨਹੀਂ ਹੈਗੀ। ਤਾਂ ਪਰ ਇਸ ਦੇ ਬਾਵਜੂਦ ਵੀ ਜਿੰਨਾ ਕੁਛ ਉਹ ਕਰਕੇ ਗਏ ਨੇ, ਇਸ ਦੇਸ਼ ਦੇ ਵਿੱਚੋਂ ਜਾਤ ਪਾਤ ਦਾ ਕੋੜ ਨਹੀਂ ਖਤਮ ਹੋ ਸਕਿਆ, ਜਿਹੜਾ ਅੱਜ ਵੀ ਕਚੋਟਦਾ ਆ। ਤਾਂ ਲੋੜ ਹੈ ਕਿ ਹੁਣ ਇੱਕ ਵਾਰੀ ਮਰਦਮਸ਼ੁਮਾਰੀ ਜ਼ਰੂਰ ਹੋਣੀ ਚਾਹੀਦੀ ਆ। ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਜਿਹੜੀ ਕਾਂਗਰਸ ਨੇ ਚੁੱਕੀ ਆ, ਉਸ ਦੇ ਲਈ ਸਰਕਾਰ ਜ਼ਰੂਰ ਆਵੇ। ਸਰਕਾਰ ਓਲੇ ਵਿੱਚ ਕੋਈ ਗੱਲ ਨਾ ਰੱਖੇ, ਇਹ ਸਾਹਮਣੇ ਆਉਣੀ ਚਾਹੀਦੀ ਆ, ਕਿਉਂਕਿ ਹੁਣ ਸਾਡੇ ਮੁਲਕ ਵਿੱਚ ਮਰਦਮਸ਼ੁਮਾਰੀ ਹੋਈ ਨੂੰ ਬਹੁਤ ਚਿਰ ਹੋ ਗਿਆ, ਜਦੋਂ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਮਰਦਮਸ਼ੁਮਾਰੀ ਹੋ ਵੀ ਚੁੱਕੀ ਆ। ਔਰ ਸਾਡੀ ਮਰਦਮਸ਼ੁਮਾਰੀ ਨੂੰ ਲੰਬਾ ਅਰਸਾ ਹੋ ਗਿਆ ਵਾਰ-ਵਾਰ ਸਾਰਾ ਕੁਝ ਕਰਵਾ ਕੇ ਤੇ ਫਿਰ ਉੱਥੇ ਰੋਕ ਦਿੱਤਾ ਜਾਂਦਾ ਹੈ। ਤਾਂ ਹੁਣ ਇਸ ਟਾਈਮ
ਲੋੜ ਆ ਤਾਂ ਕਿ ਹੁਣ ਲੋਕਾਂ ਨੂੰ ਸੱਚੀ ਇਹ ਪਤਾ ਲੱਗ ਜੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਅਖੌਤੀ ਨੀਵੀਆਂ ਸ਼੍ਰੇਣੀਆਂ ਕਹਿ ਕੇ ਗੁੱਠੇ ਲਾਇਆ ਗਿਆ, ਜਿਨ੍ਹਾਂ ਨੂੰ ਅਜੇ ਵੀ ਜਾਤ ਆਧਾਰ ਦੇ ਉੱਤੇ ਉੱਚ ਸ਼੍ਰੇਣੀਆਂ ਵਾਲੇ ਜਿਹੜੀ ਆ ਜਾਤੀ ਪੀੜ ਦਿੰਦੇ ਆ, ਜਿਹੜੀਆਂ ਗੱਲਾਂ ਕਦੇ ਡਾਕਟਰ ਭੀਮ ਰਾਓ ਅੰਬੇਦਕਰ ਕਰਕੇ ਗਏ ਆ, ਜਿਹੜੀਆਂ ਗੱਲਾਂ ਕਦੇ ਸ਼ਰਨ ਕੁਮਾਰ ਲਿੰਬਾਲੇ ਵਰਗੇ, ਅਕਰਮਾਸ਼ੀ ਵਰਗੇ ਨਾਵਲਾਂ ਦੇ ਵਿੱਚ ਕਰਕੇ ਗਏ ਆ, ਜਿਹੜੀਆਂ ਗੱਲਾਂ ਇਸ ਤਰ੍ਹਾਂ ਦੇ ਹੋਰ ਕਾਫੀ ਸਾਰੇ ਜਿਹੜੇ ਲੇਖਕ ਸੀਗੇ ਉਹ ਕਰਕੇ ਗਏ ਆ, ਜਾਂ ਫਿਰ ਦੁਆਬੇ ਦੇ ਵਿੱਚੋਂ ਜਿਹੜੇ ਸੀਗੇ ਮੁੱਗੋਵਾਲੀਆ ਸਾਹਿਬ ਸੀਗੇ, ਕਿੱਡਾ ਵੱਡਾ ਨਾਮ ਸੀਗਾ, ਜੇ ਉਹ ਕਰਕੇ ਗਏ ਆ, ਤੇ ਉਹ ਇਸ ਕਰਕੇ ਹੀ ਕਰਕੇ ਗਏ ਆ ਕਿਉਂਕਿ ਉਹਨਾਂ ਨੂੰ ਜਾਤਾਂ ਦੀਆਂ ਇਹਨਾਂ ਪੀੜਾਂ ਦੇ ਵਿੱਚੋਂ ਨਿਕਲਣਾ ਪਿਆ। ਤੇ ਜੇ ਉਹਨਾਂ ਨੇ ਦਲਿਤਾਂ ਨੂੰ ਹੱਕ ਦਿਵਾਏ ਸੀਗੇ ਤਾਂ ਉਹਨਾਂ ਹੱਕਾਂ ਤੋਂ ਬਾਅਦ ਹੁਣ ਜਿਹੜੀ ਇਹ ਮਰਦਮਸ਼ੁਮਾਰੀ ਵਾਲੇ ਮੁੱਦੇ ਆ, ਇਹਨਾਂ ਦੇ ਉੱਤੇ ਵੀ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਆ, ਇਹਨੂੰ ਹੁਣ ਰੁਕਣਾ ਨਹੀਂ ਚਾਹੀਦਾ। ਹੁਣ ਦੇਖਣਾ ਇਹ ਹੋਊਗਾ ਕਿ ਇਸ ਤੋਂ ਬਾਅਦ ਮਰਦਮਸ਼ੁਮਾਰੀ ਕਰਾਉਣ ਦੇ ਵਾਸਤੇ ਹੁਣ ਕਾਂਗਰਸ ਦੀ ਇਹ ਗੱਲ ਜਾਂ ਫਿਰ ਬਾਕੀ ਪਾਰਟੀਆਂ ਵੱਲੋਂ ਉਠਾਈ ਜਾਂਦੀ ਗੱਲ ਨੂੰ ਕੇਂਦਰ ਸਰਕਾਰ ਮੰਨਦੀ ਹੈ, ਜਾਂ ਫਿਰ ਇੱਕ ਵਾਰੀ ਫਿਰ ਇਸ ਮਾਮਲੇ ਨੂੰ ਹਮੇਸ਼ਾ ਦੇ ਲਈ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਊਗਾ। ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਜ਼ਰੂਰ ਕੋਈ ਹੱਲ ਨਿਕਲੂਗਾ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।